Hello students, this is a presentation to discuss the special health problems. Health problems ਤਾਂ ਕਾਫੀ ਹੋ ਸਕਦੀਆਂ ਬੱਚਿਆਂ ਨੂੰ ਅੱਜ ਕੱਲ੍ਹ ਕੈਂਸਰ HIV ਵੀ ਸਟੂਡੈਂਟਸ ਨੂੰ ਸਫਰ ਕਰਦੇ ਆ ਉਸ ਤੋਂ ਬਟ ਵੀ ਵਿਲ ਟਾਕ ਅਬਾਊਟ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਡਿਸਆਰਡਰਸ ਕਿਉਂਕਿ ਮਿਡ ਡੇ ਮੀਲ ਅੰਡਰ ਵੀ ਜਾਂ ਅਦਰਵਾਈਜ਼ ਦੀਜ਼ ਆਰ ਡਿਸਆਰਡਰਸ ਜੋ ਆਪਾਂ ਨੋਰਮਲੀ ਮੈਜੋਰਟੀ ਆਫ ਦ ਸਟੂਡੈਂਟਸ ਹੈ ਜੋ ਸਾਡੇ ਫੇਸ ਕਰ ਰਹੇ ਸੋ ਜਦੋਂ ਉਹਨਾਂ ਦੇ ਖਾਣ ਪੀਣ ਨਾਲ ਸੰਬੰਧਿਤ ਜਿਹੜੀਆਂ ਉਹਨਾਂ ਨੂੰ ਕਮੀਆਂ ਨੇ ਉਸ ਦੇ ਨਾਲ ਰਿਲੇਟਡ ਆਪਾਂ ਇਸ ਲੈਸਨ ਵਿੱਚ ਪੜ੍ਹਾਂਗੇ ਫਸਟ ਜਿਵੇਂ ਇਹਦੇ 'ਚ ਤੁਹਾਡੇ ਕੋਲ ਆਉਂਦੀ ਹੈ ਪ੍ਰੋਟੀਨ ਐਨਰਜੀ ਮਾਲ ਨਿਊਟ੍ਰੀਸ਼ਨ ਜਦੋਂ ਬੱਚੇ ਵਿੱਚ ਪ੍ਰੋਟੀਨ ਦੀ ਮਾਤਰਾ ਹੈ ਜਿਹੜੀ ਉਹ ਘੱਟ ਜਾਂਦੀ ਹੈ ਜਿਸ ਕਰਕੇ ਐਨਰਜੀ ਵੀ ਨਹੀਂ ਮਿਲਦੀ ਉਹ ਪ੍ਰੋਬਲਮ ਹੈ ਸੈਕਿੰਡ ਹੈ ਚਾਈਲਡਹੁੱਡ ਓਬੀਸਿਟੀ ਬਚਪਨ ਦਾ ਬੱਚਿਆਂ ਵਿੱਚ ਮੋਟਾਪਾ ਹੋਣਾ ਥਰਡ ਹੈ ਵਿਟਾਮਿਨ ਡੈਫੀਸ਼ੀਐਂਸੀਜ਼ ABCD ਜਾਂ ਵਿਟਾਮਿਨ ਦੀ ਕਮੀ ਹੋਣਾ ਫਿਰ ਮਿਨਰਲ ਡੈਫੀਸ਼ੀਐਂਸੀ ਜਿਵੇਂ ਆਇਰਨ ਆਇਓਡੀਨ ਜਾਂ ਕੈਲਸ਼ੀਅਮ ਦੀ ਕਮੀ ਹੋਣਾ ਰਾਈਟ ਸੋ ਜਿਵੇਂ ਤੁਸੀਂ ਛੋਟੇ ਹੁੰਦਿਆਂ ਨੇ ਵੈਸੇ ਪੜ੍ਹਿਆ ਹੋਣਾ ਪ੍ਰੋਟੀਨ ਐਨਰਜੀ ਮਾਲ ਨਿਊਟ੍ਰੀਸ਼ਨ ਕਿ ਜਦੋਂ ਬੱਚਿਆਂ ਦੇ ਵਿੱਚ ਜਾਂ ਤਾਂ ਉਹ ਰੋਟੀ ਘੱਟ ਖਾਣ ਲੱਗੇ ਅੰਡਰ ਨਰਿਸ਼ਡ ਬੱਚੇ ਜਾਂ ਓਵਰ ਨਿਊਟ੍ਰੀਸ਼ਨ ਨਾਲ ਵੀ ਹੋ ਜਾਂਦਾ ਬੱਚਿਆਂ ਦੇ ਵਿੱਚ ਜਨਰਲੀ ਅੰਡਰ ਨਿਊਟ੍ਰੀਸ਼ਨ ਦਾ ਮਤਲਬ ਹੈ ਜਦੋਂ ਉਹਨਾਂ ਨੂੰ ਜਿੰਨਾ ਨਿਊਟ੍ਰੀਐਂਟ ਚਾਹੀਦਾ ਉਹਨਾਂ ਨਾ ਉਹ ਲੈ ਰਹੇ ਹੋਣ ਸੋ ਪੂਰੇ ਵਰਲਡ ਵਿੱਚ 60 to 70% ਜੋ ਬੱਚਿਆਂ ਦੀਆਂ ਮੌਤਾਂ ਨੇ ਉਹ ਅੰਡਰ ਨਿਊਟ੍ਰੀਸ਼ਨ ਕਰਕੇ ਹੁੰਦੀਆਂ ਨੇ ਤੇ ਇੰਡੀਆ ਦੇ ਵਿੱਚ ਅੱਧੇ ਬੱਚੇ 5 ਸਾਲ ਤੋਂ ਜਿੰਨੇ ਵੀ ਆਪਣੇ ਕੋਲ ਇੰਡੀਆ 'ਚ ਬੱਚੇ ਹੈ ਮੋਸਟਲੀ ਹਾਫ ਆਫ ਦ ਚਿਲਡਰਨ ਸਟੰਟਡ ਹੈ ਮਤਲਬ ਹਾਈਟ ਉਹਨਾਂ ਦੀ ਛੋਟੀ ਹੈ ਤੇ ਅੰਡਰ ਵੇਟ ਹੈ ਜਿਵੇਂ ਰੂਰਲ ਏਰੀਆਜ਼ ਵਿੱਚ ਇਹ ਜ਼ਿਆਦਾ ਹੈ ਅਰਬਨ ਨਾਲੋਂ 5 years ਦੇ ਵਿੱਚ ਆਪਾਂ ਜੇ ਦੇਖੀਏ ਤਾਂ 20% ਚਿਲਡਰਨ ਸਿੱਕਿਮ ਵਿੱਚ to 60% ਮੱਧ ਪ੍ਰਦੇਸ਼ ਵਿੱਚ ਰੇਂਜ ਲਾਈ ਕਰਦੀ ਹੈ ਐਂਡ ਮੋਰ ਦੈਨ ਹਾਫ ਆਫ ਆਰ ਚਿਲਡਰਨ ਝਾਰਖੰਡ ਐਂਡ ਬਿਹਾਰ ਵਿੱਚ ਅੰਡਰ ਵੇਟ ਹੈ ਇਹਦੀ ਬੇਸਿਕ ਜਿਹੜੀਆਂ ਕਾਰਨ ਨੇ ਉਹ ਕੀ ਨੇ ਜਦੋਂ ਫੂਡ ਦੀ ਕੰਜ਼ੰਪਸ਼ਨ ਉਹ ਘੱਟ ਹੁੰਦੀ ਹੈ ਐਂਡ ਜਿਸ ਕਰਕੇ ਜਾਂ ਅੰਡਰ ਨਿਊਟ੍ਰੀਸ਼ਨ ਜ਼ਿਆਦਾ ਹੋ ਜਾਂਦਾ ਤੇ ਵੇਸਟੇਜ ਜ਼ਿਆਦਾ ਉਸ ਕਰਕੇ ਹੀ ਸਟੰਟਿੰਗ ਹੁੰਦੀ ਹੈ ਬੱਚੇ ਦੀ ਹਾਈਟ ਘੱਟ ਜਾਂਦੀ ਹੈ ਜਿਹਦਾ ਕਾਰਨ ਗਰੀਬੀ ਬਹੁਤ ਵੱਡੀਆਂ ਫੈਮਿਲੀਜ਼ ਹੋਣਾ ਫੀਡਿੰਗ ਹੈਬਿਟ ਸਹੀ ਨਾ ਹੋਣਾ ਟੈਬੂਜ਼ ਹੋਣਾ ਵੀ ਬੱਚੇ ਨੂੰ ਆਹ ਨਹੀਂ ਖਵਾਉਣਾ ਅਨਹੈਲਦੀ ਬਿਲੀਵਸ ਹੋਣਾ ਲੈਕਟੇਸ਼ਨ ਫੇਲੀਅਰ ਜਦੋਂ ਆਪਾਂ ਬੱਚਾ ਮਾਂ ਦਾ ਦੁੱਧ ਨਹੀਂ ਪੀਂਦਾ ਉਸ ਰੀਜ਼ਨਸ ਨਾਲ ਜਾਂ ਲੰਬੇ ਸਮੇਂ ਤੱਕ ਬੱਚੇ ਨੂੰ ਰਵਾਉਂਦੇ ਰਹਿਣਾ ਜਾਂ ਉਸ ਤੋਂ ਇਲਾਵਾ ਬਹੁਤ ਜ਼ਿਆਦਾ ਇਨਫੈਕਸ਼ਨ ਕਿਉਂਕਿ ਛੋਟੇ ਬੱਚੇ ਨੂੰ ਇਨਫੈਕਸ਼ਨਸ ਵੀ ਜ਼ਿਆਦਾ ਹੋ ਜਾਂਦੀਆਂ ਤੇ ਜੇ ਰੈਸਪੀਰੇਸ਼ਨ ਦੀਆਂ ਡਾਇਰੀਆ TB ਜਾਂ HIV ਵਗੈਰਾ ਉਸ ਕੇਸ 'ਚ ਵੀ ਬੱਚੇ ਮਾਲ ਨਿਊਟ੍ਰੀਸ਼ਨ ਦੇ ਸ਼ਿਕਾਰ ਹੋ ਜਾਂਦੇ ਨੇ ਜਦੋਂ ਆਪਾਂ ਕਲਾਸੀਫਾਈ ਕਰਦੇ ਹਾਂ ਮਾਲ ਨਿਊਟ੍ਰੀਸ਼ਨ ਨੂੰ ਤਾਂ ਆਪਣੇ ਕੋਲ 3 ਗ੍ਰੇਡਸ ਹੈ ਗ੍ਰੇਡ 1 2 ਤੇ 3 ਐਂਡ 4 ਰਾਈਟ ਸੋ ਡਿਪੈਂਡਿੰਗ ਕਿ ਉਹਦਾ weight ਜਿਹੜਾ ਐਕਸਪੈਕਟੇਸ਼ਨ ਨਾਲ ਹੋਵੇ ਜੇ weight ਤੁਹਾਡਾ 80% ਤੋਂ ਜ਼ਿਆਦਾ ਹੈ ਐਕਸਪੈਕਟਡ ਏਜ ਨਾਲੋਂ ਤਾਂ ਨੋਰਮਲ ਹੈ ਜੇ ਉਸ ਤੋਂ ਘੱਟ ਹੈ ਜੇ 71 ਤੋਂ 80% ਦੇ ਵਿੱਚ ਲਾਈ ਕਰ ਰਿਹਾ ਤਾਂ ਤੁਸੀਂ ਗ੍ਰੇਡ 1 ਦੀ ਮਾਲ ਨਿਊਟ੍ਰੀਸ਼ਨ ਹੈ ਜੇ 61 ਤੋਂ 70 'ਚ ਲਾਈ ਕਰ ਰਹੇ ਮਤਲਬ ਜਿੰਨਾ ਐਕਸਪੈਕਟਡ ਹੈ ਜੇ ਆਪਾਂ ਕਹਿੰਦੇ ਕਿ 2 ਸਾਲ ਦੇ ਬੱਚੇ ਦਾ ਇੰਨਾ X weight ਹੋਣਾ ਚਾਹੀਦਾ ਤੇ ਜੇ ਤੁਹਾਡਾ weight ਉਸ weight ਦਾ 71 ਤੋਂ 80% ਦੇ ਵਿੱਚ ਤੁਸੀਂ ਗ੍ਰੇਡ 1 ਚੋਂ ਜੇ 61 ਤੋਂ 70 ਵਿੱਚ ਹੈ ਤਾਂ ਗ੍ਰੇਡ 2 ਜੇ 51 ਤੋਂ 60 'ਚ ਹੈ ਤਾਂ ਗ੍ਰੇਡ 3 ਐਂਡ ਜੇ 50% ਤੋਂ ਵੀ ਘੱਟ weight ਹੈ ਤਾਂ ਗ੍ਰੇਡ 4 ਹੈ ਦੋ ਪ੍ਰੋਬਲਮਸ WHO ਕਹਿੰਦਾ ਸਟੰਟਿੰਗ ਐਂਡ ਵੇਸਟਿੰਗ ਸਟੰਟਿੰਗ ਹੁੰਦਾ ਜਦੋਂ ਹਾਈਟ ਤੁਹਾਡੀ 90% ਮੀਡੀਅਨ ਹਾਈਟ ਤੋਂ ਘੱਟ ਹੋਵੇ ਐਂਡ ਵੇਸਟਿੰਗ ਹੁੰਦਾ ਜਦੋਂ ਤੁਹਾਡਾ weight ਲੈਸ ਦੈਨ 80% ਹੋਵੇ ਰਾਈਟ ਤਾਂ ਆਪਾਂ ਤੀਸਰਾ ਜੋ ਢੰਗ ਹੈ ਉਹ ਆਪਾਂ ਮਿਡ ਆਰਮ ਸਰਕਮਫਰੈਂਸ ਦੇਖਦੇ ਜਿਵੇਂ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਆਹ ਇਹਦੀ ਉੱਪਰਲੀ ਬਾਂਹ ਦੀ ਸਰਕਮਫਰੈਂਸ ਕਿੰਨੀ ਹੈ 1 ਤੋਂ 5 ਸਾਲ ਦੇ ਬੱਚੇ ਦੀ 13.5 ਸੈਂਟੀਮੀਟਰ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ 12.5 ਤੋਂ ਘੱਟ ਹੈ ਉਹ ਮਾਲ ਨਿਊਟ੍ਰੀਸ਼ਨ ਹੈ ਜੇ 11.5 ਤੋਂ ਘੱਟ ਹੈ ਤਾਂ ਤੁਸੀਂ ਸੀਵੀਅਰ ਮਾਲ ਨਿਊਟ੍ਰੀਸ਼ਨ ਚਾਹੁੰਦੇ ਹੋ ਜੇ 12.5 ਤੋਂ 13.5 ਵਿੱਚ ਹੈ ਤਾਂ ਬਾਰਡਰਲਾਈਨ ਕੇਸਿਸ ਸੋ ਇਹਦੇ ਲਈ ਆਪਣੇ ਕੋਲ ਆ ਟੇਪ ਹੁੰਦੀ ਹੈ ਇੰਚੀ ਟੇਪ ਵਰਗੀ ਜਿਹਨੂੰ ਸ਼ਕੀਰਸ ਟੇਪ ਕਹਿੰਦੇ ਆ ਇਹਦੇ ਉੱਤੇ ਡਿਫਰੈਂਟ ਜਿਵੇਂ ਲਾਈਨਾਂ ਖਿੱਚੀਆਂ ਰੈੱਡ ਲਾਈਨ ਹੈ ਯੈਲੋ ਐਂਡ ਗ੍ਰੀਨ ਸੋ ਅਕੋਰਡਿੰਗਲੀ ਜੇ ਤੁਹਾਡਾ ਕਿੱਥੇ ਆਉਂਦਾ ਉਸ ਮੁਤਾਬਕ ਉਹਨਾਂ ਨੇ ਆਈਡੈਂਟੀਫਾਈ ਕਰਦੇ ਸਾਇੰਸ ਕੀ ਹੋਣਗੇ ਇਹਦੇ 'ਚ ਤੁਹਾਡੇ ਕੋਲ ਜਿਵੇਂ ਅਨੀਮੀਆ ਖੂਨ ਦੀ ਕਮੀ ਹੋ ਜਾਂਦੀ ਹੈ ਵਿਟਾਮਿਨ A ਐਂਡ D ਦੀ ਵੀ ਕਮੀ ਹੋ ਜਾਂਦੀ ਹੈ ਮਸਲ ਹੈ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਦੋ ਮੇਨ ਪ੍ਰੋਬਲਮਸ ਜੋ ਆਪਾਂ ਪੜ੍ਹੀਆਂ ਨੇ ਛੋਟੇ ਹੁੰਦੇ ਤੁਸੀਂ ਕਲਾਸ 10th 'ਚ ਵੀ ਪੜ੍ਹੀਆਂ ਹੋਣੀਆਂ ਮਰਸਮਸ ਤੇ ਕੁਵੈਸ਼ਕੌਰ ਮਰਸਮਸ ਹੈ ਜਿਹੜੀ 5 ਸਾਲ ਤੋਂ ਛੋਟੇ ਬੱਚਿਆਂ ਵਿੱਚ ਹੁੰਦੀ ਹੈ ਜਿਹਦੇ ਨਾਲ ਬੱਚੇ ਦੀ ਜਿਹੜਾ ਕੈਲਰੀ ਰਿਕੁਆਇਰਮੈਂਟ ਤੋਂ ਜੇ ਘੱਟ ਖਾ ਰਿਹਾ ਬੱਚਾ ਜਿਸ ਕਰਕੇ ਬੱਚੇ ਨੂੰ ਜਿਹੜੀ ਪ੍ਰੋਬਲਮ ਮਰਸਮਸ ਜ਼ਿਆਦਾ ਕਾਮਨ ਹੈ ਕੁਵੈਸ਼ਕੌਰ ਨਾਲੋਂ ਜਿਸ 'ਚ 60% ਜਿਹੜਾ weight ਹੈ ਉਹ ਘੱਟ ਹੁੰਦਾ ਬੱਚੇ ਦਾ ਐਕਸਪੈਕਟਡ weight ਨਾਲੋਂ ਮਸਲ ਵੇਸਟਿੰਗ ਬਹੁਤ ਜ਼ਿਆਦਾ ਹੋ ਜਾਂਦੀ ਹੈ ਥਾਈ ਬਟੌਕਸ ਇਹਨਾਂ ਤੋਂ ਮਸਲਸ ਹੈ ਜਿਹੜੀਆਂ ਉਹ ਲੂਜ਼ ਹੋ ਜਾਂਦੀਆਂ ਬੱਚਾ ਕੁਛ ਇਸ ਤਰ੍ਹਾਂ ਦਾ ਦਿਖਦਾ ਵੀ ਹੱਡੀਆਂ ਦਾ ਪਿੰਜਰ ਹੀ ਲੱਗਦਾ ਮਸਲਸ ਹੁੰਦੀਆਂ ਹੀ ਨਹੀਂ ਐਬਸੈਂਸ ਆਫ ਫੂਡੀਮੀਆ ਜਿਵੇਂ ਜਿਹੜਾ ਪਾਣੀ ਹੈ ਉਹ ਰਿਟੇਨ ਹੋ ਜਾਂਦਾ ਤੇ ਇਰੀਟੇਬਲ ਵੀਕ ਲਿਥਾਰਜਿਕ ਰਹਿੰਦਾ ਬੱਚਾ ਸਕਿਨ ਕਾਫੀ ਡਰਾਈ ਹੋ ਜਾਂਦੀ ਹੈ ਰਿੰਕਲਡ ਹੋ ਜਾਂਦੀ ਹੈ ਬਕਲ ਫੈਟ ਹੈ ਜਿਹੜਾ ਫੇਸ ਦੇ ਉੱਪਰ ਜਿਹੜਾ ਫੈਟ ਹੈ ਉਹ ਘੱਟ ਜਾਂਦਾ ਜਿਸ ਕਰਕੇ ਬੱਚੇ ਦਾ ਮੂੰਹ ਮੰਕੀ ਵਰਗਾ ਜਾਂ ਬਜ਼ੁਰਗ ਬੰਦੇ ਵਰਗਾ ਲੱਗਦਾ ਤੇ ਉਹਨੂੰ ਭੁੱਖ ਬਹੁਤ ਜ਼ਿਆਦਾ ਲੱਗਦੀ ਹੈ ਰਾਈਟ ਦੂਸਰੀ ਪ੍ਰੋਬਲਮ ਹੈ ਕੁਵੈਸ਼ਕੌਰ ਦੀ ਕੁਵੈਸ਼ਕੌਰ ਹੈ ਜਿਹੜਾ ਉਹ ਜਿਵੇਂ ਇੱਥੇ ਬੱਚੇ ਨੂੰ ਦਿਖਾ ਰਹੇ ਹਾਂ ਕਿ ਇਹਦਾ weight ਹੈ ਜਿਹੜਾ 60% ਤੋਂ 80% ਐਕਸਪੈਕਟਡ weight ਦੇ ਵਿੱਚ ਹੋਏਗਾ ਜਨਰਲਾਈਜ਼ਡ ਓਡੀਮਾ ਹੁੰਦਾ ਜਿਵੇਂ ਆ ਪੇਟ ਫੁੱਲਿਆ ਹੋਇਆ ਬੱਚੇ ਦਾ ਡਿਸਟੈਂਟਡ ਐਬਡੋਮਨ ਹੈ ਢਿੱਡ ਦੀ ਜਿਹੜੀ ਸ਼ਕਲ ਉਹ ਨੀਚੇ ਨੂੰ ਗਿਰੇ ਹੋਇਆ ਹੋਊਗਾ ਤੇ ਲਿਵਰ ਵੱਡਾ ਹੋ ਜਾਂਦਾ ਹੇਅਰ ਕਾਫੀ ਡਰਾਈ ਰਹਿੰਦੇ ਆ ਬੱਚੇ ਦੇ ਬ੍ਰਿਟਲ ਹੁੰਦੇ ਜਲਦੀ ਟੁੱਟ ਜਾਂਦੇ ਨੇ ਤੇ ਜਿਹੜੀ ਪਿਗਮੈਂਟਡ ਨਹੀਂ ਹੈ
ਜੇ ਤੁਸੀਂ ਇਹਨੂੰ ਪ੍ਰੋਪਰ ਇਨਟੇਕ ਦੇ ਦਿਓ ਤਾਂ ਹੇਅਰ ਕਲਰ ਜਿਹੜਾ ਦੁਬਾਰਾ ਰੀਸਟੋਰ ਹੋ ਜਾਂਦਾ ਤੇ ਬਲੈਕ ਕਲਰ ਦੇ ਹੋ ਜਾਂਦੇ ਨੇ, ਸਕਿਨ ਸ਼ਾਈਨੀ ਹੋ ਜਾਂਦੀ ਹੈ, ਵਾਰਨਿਸ਼ਡ ਲੁਕਿੰਗ ਸਕਿਨ ਲੱਗਦੀ ਹੈ। ਤੇ ਜਿਹੜਾ ਚਾਈਲਡ ਹੈ ਉਹਦੇ ਮਸਲਸ ਹੈ ਜਿਹੜੀਆਂ ਉਹ ਵੇਸਟ ਹੋਣਾ ਸ਼ੁਰੂ ਹੁੰਦਾ, ਬਟ ਉਹਦੇ ਕੋਲ ਨੀਚੇ ਫੈਟ ਰਹਿੰਦਾ। ਤੇ ਜੇ ਬੱਚੇ ਵਿੱਚ ਦੋਨੋਂ ਸਿੰਪਟਮਸ ਹੋਣ ਮਰਸਮਸ ਦੇ ਕੁਐਸ਼ਕੋਰ ਦੇ ਤਾਂ ਆਪਾਂ ਨੂੰ ਮਰਸਮੈਕਿਕ ਕੁਐਸ਼ਕੋਰ ਕਹਿੰਦੇ ਹਾਂ ਰਾਈਟ। ਉਸ ਤੋਂ ਇਲਾਵਾ ਸਾਡੇ ਕੋਲ ਸੈਕਿੰਡ ਪ੍ਰੋਬਲਮ ਹੈ ਸੀਵੀਅਰ ਅਕਿਊਟ ਮਾਲ ਨਿਊਟ੍ਰੀਸ਼ਨ, ਜਦੋਂ ਮਾਲ ਨਿਊਟ੍ਰੀਸ਼ਨ ਲੋਡ ਤੋਂ ਜ਼ਿਆਦਾ ਹੋ ਜੇ। ਸੋ ਜਿਹਦੇ ਵਿੱਚ ਜੇ ਆਪਾਂ ਕਹਿੰਦੇ ਕਿ 11.5 ਸੈਂਟੀਮੀਟਰ ਹੈ ਬੱਚੇ ਦਾ ਵੇਟ ਹੈ ਜਿਹੜਾ ਉਹ ਜ਼ੈਡ ਸਕੋਰ ਉਸਦੇ ਵੇਟ ਦਾ 3 ਤੋਂ ਘੱਟ ਹੈ, ਬਾਇਲੇਟਰਲ ਪਿਟਿੰਗ ਓਡੀਮਾ ਹੈ, ਦੋਨੋਂ ਪਾਸੇ ਜਿਹੜਾ ਪਾਣੀ ਅੰਦਰ ਰਿਟੇਨ ਹੋ ਗਿਆ ਤੇ ਉਹਨੂੰ ਮੈਸ਼ਕਮਰ ਤੇ ਮਰਸਮਸ ਤੇ ਕੁਐਸ਼ਕਰ ਦੋਨਾਂ ਦੇ ਸਿੰਪਟਮਸ ਹੈ, ਤਾਂ ਉਹਨੂੰ ਆਪਾਂ ਅਕਿਊਟ ਮਾਲ ਨਿਊਟ੍ਰੀਸ਼ਨ 'ਚ ਕਹਿ ਦਿੰਦੇ ਕਿ ਲੋੜ ਤੋਂ ਜ਼ਿਆਦਾ ਉਸਦੀ ਮਾਲ ਨਿਊਟ੍ਰੀਸ਼ਨ, ਇਹੋ ਜਿਹੇ ਬੱਚੇ ਨੂੰ ਹਸਪੀਟਲ ਵਿੱਚ ਦਾਖਲ ਕੀਤਾ ਜਾਂਦਾ ਹੈ। ਸੋ ਜਿਵੇਂ ਇਹਨਾਂ ਨੇ ਐਗਜ਼ਾਮਪਲ ਦਿੱਤੀਆਂ ਹੋਈਆਂ, ਰਿੰਕੂ ਦੇਰ ਵਾਜ਼ ਅ ਪਰਸਨ ਜਿਹੜਾ ਕਿ ਉੱਥੇ ਰੀਸੈਟਲਮੈਂਟ ਕਾਲੋਨੀ ਵਿੱਚ ਰਹਿੰਦਾ ਸੀ ਐਂਡ ਪਲੱਸ ਜੁਆਇੰਟ ਫੈਮਿਲੀ ਵਿੱਚ ਸੀ। ਦੋਨੋਂ ਪੇਰੈਂਟਸ ਪੜ੍ਹੇ ਲਿਖੇ ਸੀ 10ਵੀਂ ਤੱਕ, ਫਾਦਰ ਦੀ ਚਾਹ ਦੀ ਦੁਕਾਨ ਹੈ, ਉਹਦੀ ਮਦਰ ਦਾ ਵਿਆਹ 19 ਸਾਲ ਦੀ ਉਮਰ 'ਚ ਹੋ ਗਿਆ, ਬਰਥ 'ਤੇ ਬੱਚੇ ਦਾ ਵੇਟ ਸਿਰਫ 1.6 kg ਸੀ। ਬ੍ਰੈਸਟ ਫੀਡਿੰਗ 3rd ਡੇ ਸ਼ੁਰੂ ਕੀਤੀ ਗਈ, ਸੋ 2 ਦਿਨਾਂ ਲਈ ਉਹਨੂੰ ਕੁਛ ਨਹੀਂ ਦਿੱਤਾ ਗਿਆ ਐਂਡ 1 ਮਹੀਨੇ ਬਾਅਦ ਬੰਦ ਕਰ ਦਿੱਤੀ ਗਈ। ਸੋ ਉਹਦੇ ਕਿਉਂਕਿ ਉਹਦੀ ਨਾਨੀ ਅਤੇ ਦਾਦੀ ਨੇ ਉਹਨੂੰ ਇੰਸਟਰਕਸ਼ਨ ਦਿੱਤੀਆਂ ਕਿ ਉਸਨੂੰ ਸਟੋਪ ਕਰ ਦਿਓ ਕਰਨਾ, ਬਿਕੋਜ਼ ਉਹਦਾ ਦੁੱਧ ਇਜ਼ ਨਾਟ ਹੈਲਦੀ ਫॉर ਦ ਚਾਈਲਡ ਰਾਈਟ। ਸੋ ਨਾਰਥ ਇੰਡੀਆ ਵਿੱਚ ਮੋਸਟ ਆਫ ਦ ਟਾਈਮ ਇਹ ਬਿਲੀਫ ਹੈ ਜਿਸ 'ਚੋਂ ਕਹਿੰਦੇ ਕਿ ਬ੍ਰੈਸਟ ਮਿਲਕ ਇਜ਼ ਨਾਟ ਗੁੱਡ ਫॉर ਬੇਬੀਜ਼ ਰਾਈਟ। ਐਂਡ ਜਿਸ ਕਾਰਨ ਕੀ ਹੋ ਗਿਆ ਕਿ ਉਸ ਨਾਲ ਬੱਚੇ ਦਾ ਜਿਹੜਾ ਵੇਟ ਆ ਉਹ ਗੇਨ ਹੀ ਨਹੀਂ ਹੋਇਆ। ਅਤੇ ਉਸ ਤੋਂ ਬਾਅਦ ਇੱਕ ਆਂਟ ਟੈਸਟ ਕਰਦੇ ਨੇ, ਉਹ ਕੀ ਕਰਦੇ ਕਿ ਮਦਰ ਦੇ ਮਿਲਕ ਨੂੰ ਉਹਦੇ ਵਿੱਚ ਪਾ ਦਿੰਦੇ ਨੇ ਕੱਪ ਵਿੱਚ, ਫਿਰ ਕੀੜਾ ਪਾ ਦਿੰਦੇ, ਜੇ ਕੀੜਾ ਮਰ ਜਾਂਦਾ ਤਾਂ ਕਹਿੰਦੇ ਮਦਰ ਦਾ ਦੁੱਧ ਇਜ਼ ਨਾਟ ਗੁੱਡ ਫॉर ਬੇਬੀ, ਕੀੜੇ ਨੇ ਤਾਂ ਵੈਸੇ ਹੀ ਮਰ ਜਾਣਾ ਡੁੱਬ ਕੇ। ਬਟ ਦਿਸ ਇਜ਼ ਦੀ ਕਾਈਂਡ ਆਫ ਸੁਪਰਸਟੀਸ਼ਨਸ ਜੋ ਅਸੀਂ ਕਰਦੇ ਹਾਂ। ਸੋ ਜਦੋਂ ਉਸ ਬੱਚੇ ਨੂੰ ਜੇ ਮਦਰਸ ਮਿਲਕ ਨਹੀਂ ਦਿੱਤਾ ਗਿਆ ਤਾਂ ਅਲਟੀਮੇਟਲੀ ਉਹ ਬੱਚਾ ਕੀ ਹੋ ਗਿਆ, ਵੀਕ ਹੋ ਗਿਆ। ਸੋ ਜਦੋਂ ਬੱਚਾ 10 ਮਹੀਨਿਆਂ ਦਾ ਹੋਇਆ ਉਦੋਂ ਆਂਗਨਵਾੜੀ ਹੈਲਥ ਕੇਅਰ ਵਰਕਰਸ ਦੀ ਡਿਸਪੈਂਸਰੀ 'ਚੋਂ ਬੱਚੇ ਨੂੰ ਲੈ ਕੇ ਆਏ ਮੀਜ਼ਲਸ ਬਾਰੇ ਪੁੱਛਣ ਲਈ। ਉਸ ਟਾਈਮ ਦੇਖਿਆ ਕਿ ਬੱਚੇ ਨੂੰ ਅਪਰ ਰੈਸਪੀਰੇਟਰੀ ਦੀ ਇਨਫੈਕਸ਼ਨ ਵੀ ਸੀ, ਉਹਦਾ ਵੇਟ ਸਿਰਫ 3.75 ਕਿਲੋ ਸੀ 10 ਮਹੀਨਿਆਂ ਦੇ ਬੱਚੇ ਦਾ, ਜਦਕਿ 6-7 ਦੇ ਕਰੀਬ ਹੋ ਜਾਣਾ ਚਾਹੀਦਾ। ਹੇਅਰ ਕਾਫੀ ਥਿਨ ਸੀ, ਬੋਨ ਚੀਕੀ ਹੋਈਆਂ ਸੀ, ਕੋਈ ਦੰਦ ਨਹੀਂ ਆਇਆ ਸੀ, ਨਾ ਉਹ ਬੈਠ ਸਕਦਾ ਸੀ ਨਾ ਰੁੜ ਸਕਦਾ ਸੀ। ਐਂਡ ਜਦੋਂ ਇਰੀਟੇਬਲ ਬਹੁਤ ਜ਼ਿਆਦਾ ਸੀ, ਸਾਰੀ ਰਾਤ ਸੌਂਦਾ ਨਹੀਂ, ਉਹਦੀ ਮਦਰ ਨੇ ਦੱਸਿਆ। ਉਹ ਫਿਰ ਦੇਖਿਆ ਕਿ ਉਹਦੀ ਜਿਹੜੀ ਡਾਈਟ ਹੈ ਉਹਦੇ 'ਚ ਕੈਲਰੀਜ਼ ਦੀ ਵੀ ਕਮੀ ਹੈ। ਦੈਨ ਉਹਨੂੰ ਲੋਕਲ ਡਿਸਪੈਂਸਰੀ ਰੈਫਰ ਕੀਤਾ ਗਿਆ ਰਾਈਟ। ਸੋ ਜਿਵੇਂ ਉਸਨੂੰ ਕੋਈ ਵੀ ਉਹਦੀ ਮਦਰ ਨੂੰ ਜਦੋਂ ਪੁੱਛਿਆ ਤਾਂ ਉਹ ਕਹਿੰਦੇ ਕਿ ਨਹੀਂ ਉਸਨੂੰ ਕੋਈ ਵੀ ਉਹ ਨਹੀਂ ਦਿੱਤਾ ਗਿਆ ਸੀ ਸਪਲੀਮੈਂਟਰੀ ਫੀਡ, ਕਿਉਂਕਿ ਉਹਨੇ ਕਿਹਾ ਸੋਕਾ ਪਰਛਾਵਾਂ ਹੈ ਹੈ ਨਾ, ਤਾਂ ਪਰਛਾਵਾਂ ਹੋ ਗਿਆ, ਇਸ ਕਰਕੇ ਕਿਸੇ ਵੀ ਚੀਜ਼ ਦਾ ਕੁਛ ਨਹੀਂ ਲੈਂਦਾ ਅਤੇ ਵੋਮਿਟ ਕਰ ਦਿੰਦਾ ਹੈ। ਅਤੇ ਫੈਮਿਲੀ ਨੇ ਮੋਰ ਦੈਨ 2000 ਰੁਪੀਜ਼ ਉਸਦੇ ਟਰੀਟਮੈਂਟ 'ਤੇ ਖਰਚ ਕਰ ਚੁੱਕੇ ਸੀ ਬਿਨਾਂ ਕਿਸੇ ਫਾਇਦੇ ਤੋਂ। ਦਿਸ ਇਜ਼ ਵਾਟ ਹੈਪਨਸ ਜਦੋਂ ਅਸੀਂ ਬੱਚੇ ਨੂੰ ਨਹੀਂ ਕਹਿੰਦੇ। ਸੋ ਅਲਟੀਮੇਟਲੀ ਉਹਦੇ ਲਈ ਸੂਜੀ ਦੀ ਖੀਰ, ਮੈਸ਼ਡ ਬਨਾਨਾ, ਇਹ ਚੀਜ਼ਾਂ ਖਵਾਉਣੀਆਂ ਉਸਨੂੰ ਸ਼ੁਰੂ ਕੀਤੀਆਂ ਐਂਡ ਦੈਨ ਦ ਚਾਈਲਡ ਇੰਪਰੂਵਡ। ਸੋ 1 ਹਫ਼ਤੇ ਬਾਅਦ ਹੀ ਉਹਦਾ ਵੇਟ ਬੱਚੇ ਦਾ 4 ਕਿਲੋ ਹੋ ਗਿਆ। ਸੋ ਯੂ ਨੀਡ ਟੂ ਥਿੰਕ ਓਵਰ। ਹੁਣ ਇਹੋ ਜਿਹੇ ਬੱਚੇ ਜਦੋਂ ਸਕੂਲਾਂ ਦੇ ਵਿੱਚ ਆਉਂਦੇ ਨੇ ਜਾਂ ਸਕੂਲ ਦੇ ਵਿੱਚ ਜਾਣਗੇ ਜਿਹਨਾਂ ਨੂੰ ਰਾਈਟ ਟਾਈਮ 'ਤੇ ਹੈਲਥ ਕੇਅਰ ਨਹੀਂ ਮਿਲਦੀ, ਦੈਨ ਦੇ ਕੰਟੀਨਿਊ ਟੂ ਬੀ ਲਾਈਕ ਦੈਟ। ਸੋ ਤੁਸੀਂ ਡਿਫਰੈਂਟ ਕੇਸ ਸਟੱਡੀਜ਼ ਹੈ ਜੋ ਪੜ੍ਹ ਸਕਦੇ ਹੋ ਦੇਖਣ ਲਈ, ਇਹ ਸਮਝਣ ਲਈ ਦ ਕਾਈਂਡ ਆਫ ਪ੍ਰੋਬਲਮਸ ਜੋ ਸਾਡੇ ਬੱਚੇ ਫੇਸ ਕਰ ਰਹੇ ਨੇ ਇੰਡੀਆ ਦੇ ਵਿੱਚ ਰਾਈਟ। ਇਹਦੀ ਮੈਨੇਜਮੈਂਟ ਜਾਂ ਪ੍ਰੀਵੈਂਸ਼ਨ ਕਿਵੇਂ ਹੈ? ਅਗੇਨ ਇਹਦੇ ਲਈ ਤੁਸੀਂ ਹਾਈਪੋਗਲਾਈਸੀਮੀਆ ਬੱਚਿਆਂ ਦੇ ਵਿੱਚ ਨਾ ਹੋਵੇ, ਹਾਈਪੋਥਰਮੀਆ ਵੀ ਨਾ ਹੋਵੇ, ਜੇ ਡੀਹਾਈਡਰੇਸ਼ਨ ਹੋਈ ਹੈ ਤੁਸੀਂ ਉਸਨੂੰ ਵੀ ਪ੍ਰੀਵੈਂਟ ਕਰਨਾ। ਇਲੈਕਟ੍ਰੋਲਾਈਟ ਜਿਹੜਾ ਸੋਡੀਅਮ ਪੋਟੈਸ਼ੀਅਮ ਦਾ ਬੈਲੈਂਸ ਠੀਕ ਰਹੇ, ਇਨਫੈਕਸ਼ਨ ਨਹੀਂ ਹੋਣੀ, ਵਿਟਾਮਿਨ ਏ, ਫੋਲਿਕ ਐਸਿਡ, ਜ਼ਿੰਕ, ਕਾਪਰ ਦੀ ਡੈਫੀਸ਼ੀਐਂਸੀ ਨਹੀਂ ਬੱਚੇ ਨੂੰ ਹੋਣ ਦੇਣੀ, ਫੀਡ ਪ੍ਰੋਪਰ ਟਾਈਮ ਕਰਨਾ, ਉਹਦੀ ਗਰੋਥ ਨੂੰ ਓਬਜ਼ਰਵ ਕਰਨਾ, ਅਤੇ ਸੈਂਸਰੀ ਸਿਮੂਲੇਸ਼ਨਸ ਵੀ ਬੱਚਾ ਤੁਹਾਡੀਆਂ ਗੱਲਾਂ ਨੂੰ ਸੁਣਦਾ ਜਦੋਂ ਤੁਸੀਂ ਬੁਲਾਉਂਦੇ ਹੋ, ਐਂਡ ਪਲੱਸ ਫੋਲੋ ਅਪ ਕਰਨਾ ਰਾਈਟ। ਪ੍ਰੀਵੈਂਟ ਕਿਵੇਂ ਕੀਤਾ ਜਾ ਸਕਦਾ? ਵਧੀਆ ਡਾਈਟ ਬੱਚੇ ਨੂੰ ਦੇ ਕੇ। ਦੂਸਰੀ ਪ੍ਰੋਬਲਮ ਹੈ ਸਾਡੇ ਕੋਲ ਚਾਈਲਡਹੁੱਡ ਓਬੀਸਿਟੀ ਦੀ, ਛੋਟੇ ਹੁੰਦੇ ਜਦੋਂ ਬੱਚਿਆਂ 'ਚ ਮੋਟਾਪਾ ਹੋ ਜਾਂਦਾ, ਬਿਕੋਜ਼ ਅਗੇਨ ਦਿਸ ਇਜ਼ ਡਿਊ ਟੂ ਰੋਂਗ ਅਸੈਸਿਵ ਵੇਟ ਹੋਣਾ, ਲੋੜ ਤੋਂ ਵੱਧ ਵੇਟ ਹੋ ਜਾਣਾ ਆਪਣੀ ਹਾਈਟ ਦੇ ਮੁਤਾਬਿਕ। ਐਂਡ ਇਹਨਾਂ ਬੱਚਿਆਂ ਵਿੱਚ ਪੁਬਿਟਰੀ ਹੈ ਜਿਹੜੀ ਉਹ ਵੀ ਜਲਦੀ ਸਟਾਰਟ ਹੋ ਜਾਂਦੀ ਹੈ। ਇਹਦੀ ਅਸੈਸਮੈਂਟ ਤੁਸੀਂ ਕਿਵੇਂ ਕਰ ਸਕਦੇ ਹੋ? ਵੇਟ ਗੇਨ ਤੋਂ, ਉਹਦੀ ਗਰੋਥ ਪੈਟਰਨਸ ਤੋਂ ਦੇਖ ਕੇ, ਮਾਈਲਸਟੋਨਸ ਤੋਂ ਵੀ, ਜਿਵੇਂ ਆਪਾਂ ਨੋਰਮਲੀ ਜਦੋਂ ਬੱਚੇ ਦਾ ਜਨਮ ਹੁੰਦਾ ਤਾਂ ਮਿਲਦਾ ਇੱਕ ਕਾਰਡ, ਉਹਦੇ ਉੱਪਰ ਲਿਖਿਆ ਹੁੰਦਾ ਵੀ ਇੰਨੇ ਮਹੀਨੇ ਦੇ ਬੱਚੇ ਦਾ ਕਿੰਨਾ ਵੇਟ ਹੋ, ਉਹਨਾਂ ਤੋਂ ਚੈੱਕ ਕਰ ਸਕਦੇ ਹੋ। ਐਪੇਟਾਈਟ ਤੋਂ, ਜੇ ਲੋੜ ਤੋਂ ਵੱਧ ਹੀ ਖਾਂਦਾ ਰਹਿੰਦਾ, ਜਾਂ ਲਾਈਫ ਸਟਾਈਲ ਤੋਂ ਲਿਥਾਰਜਿਕ ਸੀ, ਦਿਸ ਇਜ਼ ਦੀ ਪਿਕਚਰ ਆਫ ਐਨ ਓਬੀਸ ਚਾਈਲਡ ਰਾਈਟ। ਉਹਦੇ ਡਾਈਟਰੀ ਇਨਟੇਕ ਨੂੰ ਤੁਸੀਂ ਰਿਕਾਰਡ ਕਰੋ, ਕਿੰਨਾ ਟਾਈਮ ਉਹ ਐਕਸਰਸਾਈਜ਼ 'ਤੇ ਸਪੈਂਡ ਕਰਦਾ, ਟੀਵੀ ਕਿੰਨਾ ਦੇਖਦਾ, ਇੰਡੋਰ ਐਕਟੀਵਿਟੀਜ਼ ਕਿੰਨਾ ਕਰਦਾ, ਸਿਰ ਦਰਦ ਜਾਂ ਵਿਜ਼ੂਅਲ ਡਿਸਟਰਬੈਂਸਿਸ ਤਾਂ ਨਹੀਂ ਹੁੰਦੀਆਂ, ਫੈਮਿਲੀ ਹਿਸਟਰੀ ਵੀ ਹੋ ਸਕਦੀ ਹੈ, ਥਾਇਰੋਇਡ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ, ਡਾਇਬਟੀਜ਼ ਹੋ ਸਕਦੀ ਹੈ, ਇਹਨਾਂ ਚੀਜ਼ਾਂ ਦਾ ਵੀ ਚੈੱਕ ਕਰ ਸਕਦੇ। ਕਲਚਰਲ ਈਟਿੰਗ ਪੈਟਰਨਸ ਹੈ, ਪਰਿਵਾਰ 'ਚ ਕਿਵੇਂ ਖਾਂਦੇ ਪੀਂਦੇ ਨੇ, ਕੀ ਖਾਂਦੇ ਪੀਂਦੇ ਨੇ, ਹਾਈਟ ਵੇਟ ਮੇਜਰ ਕਰੋ। BMI ਹੁੰਦਾ ਬੇਸਲ ਮੈਟਾਬੋਲਿਕ ਇੰਡੈਕਸ, ਕਿ ਬੱਚੇ ਦੀ ਜਿਹੜੀ ਜਿੰਨਾ ਖਾ ਰਿਹਾ ਅਤੇ ਕਿੰਨੀਆਂ ਕੈਲੋਰੀ ਸਪੈਂਡ ਕਰ ਰਹੇ ਉਹ ਆਪਾਂ ਦੇਖ ਸਕਦੇ ਹਾਂ। BP ਵਗੈਰਾ ਚੈੱਕ ਕਰਨਾ ਇਹਨਾਂ ਬੱਚਿਆਂ ਦਾ।
ਤੇ ਜੇ ਬੱਚੇ ਦੇ ਕੋਈ ਫੋਲਡ ਆਫ ਸਕਿਨਸ ਤਾਂ ਨਹੀਂ ਹੈ ਨੈਕ ਵਿੱਚ, ਜਿਹਨੂੰ ਤੁਸੀਂ ਡਬਲ ਚਿਨ ਕਹਿੰਦੇ ਹੋ, ਐਸਾ ਕੁਛ, ਜਾਂ ਟਾਈਪ 2 ਡਾਇਬਟੀਜ਼ ਨਾਲ ਜਨਰਲੀ ਇਹ ਜੁੜਿਆ ਹੁੰਦਾ। ਹਾਰਮੋਨਲ ਟੈਸਟ ਹੋ ਸਕਦੇ ਨੇ। ਦੈਨ ਮੈਨੇਜ ਕਿਵੇਂ ਕਰ ਸਕਦੇ ਹਾਂ, ਡਾਈਟਰੀ ਮੈਨੇਜਮੈਂਟ ਹੈ। ਸਟਿਲ ਕੈਲੋਰੀ ਰਿਸਟ੍ਰਿਕਸ਼ਨ ਸਟ੍ਰਿਕਟ ਕਰੋ, ਕਿੰਨੀਆਂ ਦੇਣੀ ਹੈ। ਸੋ ਅਕੋਰਡਿੰਗ ਟੂ ਦੀ ਡਾਕਟਰ ਐਡਵਾਈਸ ਕਰੋ। 3 to 7 ਈਅਰਸ ਦੇ ਬੱਚੇ ਨੂੰ ਜੇ ਤੁਹਾਨੂੰ ਓਬੀਸਿਟੀ ਹੈ ਪਰ ਕੋਈ ਹੋਰ ਬਿਮਾਰੀ ਨਹੀਂ ਹੈ, ਤੁਹਾਨੂੰ ਆਪਾਂ ਐਕਸਰਸਾਈਜ਼ ਕਰਵਾ ਸਕਦੇ ਹਾਂ। 7 ਈਅਰਸ ਵਾਲੇ ਬੱਚੇ ਲਈ ਵੇਟ ਰਿਡਕਸ਼ਨ ਰეკਮੈਂਡ ਕੀਤਾ ਜਾਂਦਾ ਹੈ, ਤਾਂ ਫਾਸਟ ਫੂਡ, ਸੌਫਟ ਡਰਿੰਕਸ, ਕੈਲੋਰੀਜ਼ ਬੰਦ ਕਰ ਦਿੱਤੇ ਜਾਂਦੇ ਨੇ, ਅਤੇ ਉਹਨੂੰ ਹੋਲ ਗ੍ਰੇਨਸ ਹੈ ਜਾਂ ਵੈਜੀਟੇਬਲ ਐਂਡ ਫਰੂਟਸ ਜ਼ਿਆਦਾ ਖਾਣ ਲਈ ਕਹਿੰਦੇ। ਦੁੱਧ ਨਹੀਂ ਪੀਣਾ, ਫੈਟ ਵਾਲਾ, ਘਿਓ, ਮੱਖਣ ਸਭ ਬੰਦ ਕਰ ਦਿੱਤੇ ਜਾਂਦੇ ਨੇ। ਐਕਸਰਸਾਈਜ਼ ਕਰਵਾਈਆਂ ਜਾ ਸਕਦੀਆਂ, ਪਾਰਟੀਸਪੇਸ਼ਨ ਬੈਡਮਿੰਟਨ, ਫੁੱਟਬਾਲ ਵਗੈਰਾ, ਜਿਹਦੇ 'ਚ ਕੈਲੋਰੀਜ਼ ਬਰਨ ਹੁੰਦੀਆਂ ਨੇ। ਬਿਹੇਵੀਅਰ ਮੋਡੀਫਿਕੇਸ਼ਨ ਹੈ, ਬੈਠੇ ਰਹਿਣ ਦੀ ਬਜਾਏ ਥੋੜ੍ਹਾ ਜਿਹਾ ਤੁਰਨ ਫਿਰਨ ਦੀਆਂ ਆਦਤਾਂ ਬੱਚਿਆਂ ਵਿੱਚ ਪਾਓ। ਸੈਲਫ ਕੌਨਫੀਡੈਂਸ ਡਿਵੈਲਪ ਕਰੋ। ਐਂਡ ਓਬੀਸਿਟੀ ਪ੍ਰੀਵੈਂਟ ਕਰਨ ਲਈ ਕੁਝ ਢੰਗ ਦਿੱਤੇ ਹੋਏ ਨੇ। ਬ੍ਰੈਸਟ ਫੀਡਿੰਗ 6 ਮੰਥਸ ਤੱਕ, ਸੋਲਿਡ ਫੂਡ ਬਹੁਤ ਜਲਦੀ ਨਹੀਂ ਖਵਾਉਣਾ, ਫਰੂਟ ਵੈਜੀਟੇਬਲ ਜ਼ਿਆਦਾ ਖਵਾਉਣਾ, ਬੋਟਲਡ ਜੂਸ, ਕੋਲਡ ਡਰਿੰਕ ਵਗੈਰਾ ਨਹੀਂ ਬਹੁਤ ਜ਼ਿਆਦਾ ਖਾਣਾ ਮਨਾ ਕਰੋ। ਫਿਜ਼ੀਕਲ ਐਕਟੀਵਿਟੀਜ਼ ਕਰਵਾਓ। ਟੀਵੀ ਵਿਊਇੰਗ 1 ਘੰਟੇ ਤੋਂ ਬਾਅਦ ਜ਼ਿਆਦਾ ਨਹੀਂ। ਫੂਡ ਨੂੰ ਕਦੇ ਵੀ ਰਿਵਾਰਡ ਦੀ ਤਰ੍ਹਾਂ ਯੂਜ਼ ਨਾ ਕਰੋ। ਰੋਲ ਮਾਡਲ ਬਣੋ, ਆਪ ਵਧੀਆ ਖਾਓ ਤਾਂ ਨਿਆਣਾ ਵੀ ਵਧੀਆ ਖਾਊਗਾ। ਪੋਜ਼ੀਟਿਵ ਰੀਇਨਫੋਰਸਮੈਂਟ ਦੇਣਾ, ਹੈਲਥ ਨੂੰ ਐਮਫੈਸਾਈਜ਼ ਕਰਨਾ, ਰਾਈਟ। ਉਸ ਤੋਂ ਬਾਅਦ ਥਰਡ ਪ੍ਰੋਬਲਮਸ ਆਪਾਂ ਨੂੰ ਵਿਟਾਮਿਨ ਡੈਫੀਸ਼ੀਐਂਸੀਜ਼ ਦੀਆਂ ਲੈ ਕੇ। ਵਿਟਾਮਿਨ ਏ, 2 ਤਰ੍ਹਾਂ ਦੇ ਵਿਟਾਮਿਨਸ ਹੁੰਦੇ ਨੇ, ਤੁਹਾਨੂੰ ਪਤਾ, ਜੋ ਪਾਣੀ 'ਚ ਘੁਲਦੇ ਆ ਵਾਟਰ ਸੋਲੂਬਲ, ਅਤੇ ਜੋ ਫੈਟਸ 'ਚ ਸੋਲੂਬਲ ਹੁੰਦੇ ਆ ਉਹ ਫੈਟ ਸੋਲੂਬਲ। ਸੋ ਜਨਰਲੀ ਬੱਚਿਆਂ ਵਿੱਚ ਵਿਟਾਮਿਨ ਏ ਦੀ ਡੈਫੀਸ਼ੀਐਂਸੀ ਰਹਿੰਦੀ ਹੈ, ਜੋ ਕਿ ਸਾਨੂੰ ਵੈਜੀਟੇਬਲ, ਕੈਰਟਸ, ਪੰਪਕਿਨਸ, ਟੋਮੈਟੋ ਤੋਂ ਮਿਲਦਾ। ਇਹਦੇ ਕਰਕੇ ਵਿਟਾਮਿਨ ਏ ਕਰਕੇ ਵਿਜ਼ਨ, ਜਿਹੜੀ ਆਈਸਾਈਟ ਹੈ ਉਹ ਠੀਕ ਰਹਿੰਦੀ ਹੈ ਤੁਹਾਡੀ। ਜੇ ਵਿਟਾਮਿਨ ਏ ਦੀ ਡੈਫੀਸ਼ੀਐਂਸੀ ਹੋਵੇ ਤਾਂ ਨਾਈਟ ਬਲਾਈਂਡਨੈਸ ਹੋ ਸਕਦੀ, ਜਿਹਨੂੰ ਰਾਤ ਨੂੰ ਨਾ ਦਿਖਦਾ ਹੋਵੇ, ਜਾਂ ਕੰਜੈਕਟਿਵਾਈਟਿਸ, ਅੱਖਾਂ ਸੁੱਕ ਸਕਦੀਆਂ ਨੇ, ਰਾਈਟ। ਅੱਖ ਦੇ ਵਿੱਚ ਜਿਹੜਾ ਉਹ ਚੌਕੀ ਗ੍ਰੇ ਸਪੌਟਸ ਬਣ ਜਾਂਦੇ ਨੇ, ਜਾਂ ਕੈਰੇਟੋਮਲੇਸ਼ੀਆ, ਜਿਹੜਾ ਕੋਰਨੀਆ ਕਾਫੀ ਸੌਫਟ ਹੋ ਜਾਂਦਾ। ਸੋ ਵਿਟਾਮਿਨ ਏ ਤੁਸੀਂ ਪ੍ਰੋਪਰਲੀ ਬੱਚੇ ਨੂੰ ਕਈ ਵਾਰ ਓਰਲੀ ਵੀ ਦਿੱਤਾ ਜਾਂਦਾ ਸਿਰਪ ਦੇ ਫੋਰਮ ਵਿੱਚ। ਸੋ ਅਗੇਨ ਬ੍ਰੈਸਟ ਫੀਡਿੰਗ ਹੈ, ਜੇ ਆਪਾਂ ਫੋਕਸ ਕਰੀਏ ਇਨੀਸ਼ੀਅਲ, ਉਹ ਰਿਚ ਹੁੰਦਾ ਹੈ, ਜਿਹੜਾ ਮਾਂ ਦਾ ਪਹਿਲਾ ਦੁੱਧ ਉਹ ਵਿਟਾਮਿਨ ਏ ਵਿੱਚ ਕਾਫੀ ਰਿਚ ਹੁੰਦਾ। ਦੈਟ ਕੈਨ ਬੀ ਗਿਵਨ। ਲੋਕਲ ਗ੍ਰੀਨ ਲੀਫੀ ਵੈਜੀਟੇਬਲਸ ਦਿੱਤੇ ਜਾਣੇ ਚਾਹੀਦੇ। ਕਿਚਨ ਗਾਰਡਨ ਪ੍ਰਮੋਟ ਕਰੋ, ਆਪਣੇ ਘਰੇ ਬਣਾਓ ਐਂਡ ਉੱਥੋਂ ਬੱਚੇ ਨੂੰ ਲੀਫੀ ਵੈਜੀਟੇਬਲਸ ਦਿਓ। 9 ਮੰਥਸ ਦੇ ਬੱਚੇ ਨੂੰ, ਅਤੇ ਐਵਰੀ 6 ਮੰਥਸ ਉਸ ਤੋਂ ਬਾਅਦ ਆਪਾਂ ਵਿਟਾਮਿਨ ਏ ਦੀ ਡੈਫੀਸ਼ੀਐਂਸੀ ਦੇ ਸਕਦੇ ਹਾਂ। ਸੋ ਇਹ ਕੁਛ ਐਗਜ਼ਾਮਪਲ ਸੀ। ਫਿਰ ਉਸੇ ਤਰ੍ਹਾਂ ਵਿਟਾਮਿਨ B1 ਦੀ ਹੈ, ਮੈਨੂੰ ਲੱਗਦਾ ਤੁਸੀਂ ਹੈਲਥ ਵਾਲੇ ਮੈਂਟਲ ਵੈਲਬੀਂਗ ਵਾਲੇ ਚੈਪਟਰ 'ਚ ਪੜ੍ਹਿਆ ਹੋਇਆ ਸਾਰਾ। ਵਿਟਾਮਿਨ B1, B2, B3 ਦੀਆਂ ਡੈਫੀਸ਼ੀਐਂਸੀਜ਼ ਐਂਡ ਦੀਆਂ ਡਿਜ਼ੀਜ਼ਸ, ਇਹ ਤੁਸੀਂ ਇਹ ਤੋਂ ਗੋ ਥਰੂ ਕਰ ਲੈਣਾ। ਫੋਲਿਕ ਐਸਿਡ ਆਪਾਂ ਕਾਫੀ ਵਾਰ ਗੱਲ ਕਲਾਸ 'ਚ ਵੀ ਕਰ ਚੁੱਕੇ ਹਾਂ, ਕਿ ਬੇਸਿਕਲੀ ਨਿਊਰਲ ਡਿਫੈਕਟਸ ਬੱਚੇ ਦੇ ਵਿੱਚ ਇਹਨਾਂ ਰੀਜ਼ਨਸ ਕਰਕੇ ਹੋ ਸਕਦੇ ਨੇ, ਰਾਈਟ। ਦੈਨ ਵਿਟਾਮਿਨ ਸੀ ਦੀ ਡੈਫੀਸ਼ੀਐਂਸੀ, ਜੋ ਵਿਟਾਮਿਨ ਸੀ ਇਜ਼ ਰਿਕੁਆਇਰਡ ਫॉर योर बोन्स, ब्लड वैसल्स, कार्टिलेज, तो इसलिए ਤੁਹਾਨੂੰ ਫੂਡਸ ਰਿਚ ਇਨ ਵਿਟਾਮਿਨ ਸੀ ਖਾਣੇ ਚਾਹੀਦੇ। ਵਿਟਾਮਿਨ ਡੀ ਥੋੜ੍ਹੀਆਂ ਬੋਨਸ ਲਈ ਹੁੰਦਾ। ਐਕਸਪੋਜਰ ਟੂ ਸਕਿਨ, ਜਿਵੇਂ ਅੱਜ ਕੱਲ੍ਹ ਬੱਚਿਆਂ ਨੂੰ ਆਪਾਂ ਜ਼ਿਆਦਾਤਰ ਧੁੱਪੇ ਨਹੀਂ ਪਾਉਂਦੇ, ਉਸ ਨਾਲ ਵੀ ਇਹ ਪ੍ਰੋਬਲਮਸ ਹੋ ਸਕਦੀਆਂ। ਸੋ ਜਿਵੇਂ ਜਿਸ ਤੁਸੀਂ ਦੇਖਿਆ ਕਿ ਬੱਚੇ ਦਾ ਸਿਰ ਬਹੁਤ ਵੱਡਾ ਹੋ ਜਾਣਾ, ਜਾਂ ਜਿਹੜੀਆਂ ਚੈਸਟ ਦੀਆਂ ਬੋਨਸ ਆ ਬਾਹਰ ਨੂੰ ਨਿਕਲਣੀਆਂ, ਪ੍ਰਾਇਮਰੀ ਟੀਥ ਨਾ ਆਉਣੇ, ਰਿਸਟ ਹੈ ਜਿਹੜੀਆਂ ਚੌੜੀਆਂ ਹੋ ਜਾਣੀਆਂ, ਜਿਹੜੀਆਂ ਲੱਤਾਂ ਨੇ ਉਹ ਬੈਂਡ ਹੋ ਜਾਣੀਆਂ, ਪੌਟ ਬੈਲੀ ਹੋਣਾ, ਦਿਸ ਕਾਈਂਡ ਆਫ ਪ੍ਰੋਬਲਮਸ ਕੈਨ ਬੀ ਦੇਅਰ। ਆਸਟੀਓਕੈਲਸ਼ੀਮੀਆ ਹੁੰਦਾ ਹੈ ਕਿ ਜਦੋਂ ਬੱਚਿਆਂ ਨੂੰ, ਜਿਹੜੀ ਵੂਮਨ ਦੇ ਵਿੱਚ ਦੇਖੀ ਗਈ ਡਿਊਰਿੰਗ ਪ੍ਰੈਗਨੈਂਸੀ ਐਂਡ ਲੈਕਟੇਸ਼ਨ, ਤਾਂ ਉਹਨਾਂ ਨੂੰ ਵਿਟਾਮਿਨ ਡੀ ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈ। ਉਸ ਤੋਂ ਬਾਅਦ ਕੁਛ ਮਿਨਰਲਸ ਹਨ ਜੋ ਸਾਡੀ ਹੈਲਥ ਲਈ ਜ਼ਰੂਰੀ ਹੈ, ਜਿਵੇਂ ਆਇਰਨ, ਆਇਓਡੀਨ ਅਤੇ ਕੈਲਸ਼ੀਅਮ। ਉਹਨਾਂ ਦੀ ਆਇਰਨ ਇਜ਼ ਇੰਪੋਰਟੈਂਟ ਪਾਰਟ ਆਫ ਹੀਮੋਗਲੋਬਿਨ। ਸੋ ਜੇ ਆਇਰਨ ਘੱਟ ਜਾਂਦਾ ਤਾਂ ਅਨੀਮੀਆ ਦੀ ਪ੍ਰੋਬਲਮ ਹੋ ਜਾਂਦੀ ਹੈ, ਜਿਹਦੀਆਂ ਕੌਜ਼ਸ ਦਿੱਤੀਆਂ ਹੋਈਆਂ। ਕੈਨ ਬੀ ਐਕਸੈਸਿਵ ਬਲੱਡ ਲੋਸ ਹੋ ਜਾਣਾ, ਬ੍ਰੈਸਟ ਫੀਡ ਬੰਦ ਕਰ ਦੇਣੀ, ਆਇਰਨ ਖਾਣਾ ਨਹੀਂ, ਐਗ ਵਗੈਰਾ ਨਹੀਂ ਖਾਣਾ, ਮਾਲ ਐਬਜ਼ੌਰਪਸ਼ਨ, ਇਨਫੈਕਸ਼ਨਸ ਹੋਣਾ, ਰਾਈਟ। ਇਹਦੇ ਸਿੰਪਟਮਸ ਜਨਰਲੀ ਤੁਹਾਨੂੰ ਦਿਖਦੇ ਆ, ਇਰੀਟੇਬਿਲਿਟੀ ਵਿੱਚ, ਥਕਾਵਟ ਬਹੁਤ ਜ਼ਿਆਦਾ ਹੁੰਦੀ ਹੈ, ਸਾਹ ਚੜ੍ਹਨ ਲੱਗ ਜਾਂਦਾ ਹੈ, ਡਾਇਰੀਆ ਜਾਂ ਮਾਨਸਿਕ ਡਿਵੈਲਪਮੈਂਟ ਹੈ ਜਿਹੜੀ ਉਹ ਲੋ ਹੋ ਜਾਂਦੀ ਹੈ। ਉਹਦੇ ਲਈ ਤੁਸੀਂ ਆਇਰਨ ਸਪਲੀਮੈਂਟਸ ਖਾ ਸਕਦੇ ਹੋ, ਰਾਈਟ। ਅਤੇ ਆਇਰਨ ਨਾਲ ਰਿਚ ਚੀਜ਼ਾਂ ਖਾ ਸਕਦੇ ਹੋ। ਫੋਲਿਕ ਐਸਿਡ ਦੀਆਂ ਟੇਬਲੇਟਸ ਕੁੜੀਆਂ ਨੂੰ ਇਸ ਲਈ ਦਿੱਤੀਆਂ ਜਾਂਦੀਆਂ ਨੇ। ਮਦਰਸ ਨੂੰ ਨਿਊਟ੍ਰੀਸ਼ਨਲ ਕਾਉਂਸਲਿੰਗ ਕਰਨੀ ਕਿ ਤੁਸੀਂ ਕਿਸ ਤਰ੍ਹਾਂ ਬੈਲੈਂਸ ਡਾਈਟ ਬਣਾਓ। ਸੈਕਿੰਡ ਡੈਫੀਸ਼ੀਐਂਸੀ ਸਾਡੇ 'ਚ ਆਇਓਡੀਨ ਦੀ ਹੁੰਦੀ ਹੈ। ਆਇਓਡੀਨ ਨੋਰਮਲੀ ਤੁਹਾਡੀ ਗਰੋਥ ਐਂਡ ਮੈਟਾਬੋਲਿਜ਼ਮ ਲਈ ਚਾਹੀਦਾ, ਇਸ ਲਈ ਆਪਾਂ ਆਇਓਡਾਈਜ਼ਡ ਨੂਨ ਖਾਂਦੇ ਹਾਂ। ਸੋ ਉਹਦੀ ਕਮੀ ਵੀ ਇੰਡੀਆ ਦੇ ਵਿੱਚ ਕਾਫੀ ਡਿਸਟ੍ਰਿਕਟਸ ਵਿੱਚ ਹੈ। ਐਂਡ ਆਇਓਡੀਨ ਦੀ ਕਮੀ ਨਾਲ ਜਿਹੜਾ ਤੁਹਾਡਾ ਥਾਇਰੋਇਡ ਗਲੈਂਡ ਨੱਕ ਵਿੱਚ ਉਹ ਫੁੱਲ ਵੀ ਜਾਂਦਾ ਹੈ, ਜਿਹਨੂੰ ਆਪਾਂ ਗੋਇਟਰ ਕਹਿੰਦੇ ਹਾਂ। ਅਗੇਨ ਜਾਂ ਸੈਕਿੰਡ ਪ੍ਰੋਬਲਮ ਹੈ ਕ੍ਰੈਟਿਨਿਜ਼ਮ ਦੀ, ਜਿਹਦੇ ਵਿੱਚ ਜਿਹੜਾ ਦਿਮਾਗ ਹੈ ਉਹ ਵਿਕਾਸ ਨਹੀਂ ਹੁੰਦਾ, ਤਾਂ ਬੱਚਾ ਡੈਫ ਐਂਡ ਮਿਊਟ ਵੀ ਹੋ ਸਕਦਾ, ਮੈਂਟਲੀ ਰਿਟਾਰਡਡ ਵੀ ਹੋ ਸਕਦਾ, ਰਾਈਟ। ਸੋ ਇਹਦੇ ਲਈ ਤੁਸੀਂ ਅਰਲੀ ਡਿਟੈਕਸ਼ਨ ਕਰਨੀ। ਉਹ ਏਰੀਆਸ ਜਿਨ੍ਹਾਂ ਦੇ ਵਿੱਚ ਆਲਰੇਡੀ ਆਇਓਡੀਨ ਦੀ ਡੈਫੀਸ਼ੀਐਂਸੀ, ਉੱਥੋਂ ਦੇ ਬੱਚਿਆਂ ਨੂੰ ਆਇਓਡੀਨ ਸਪਲੀਮੈਂਟਸ ਦਿੱਤੇ ਜਾ ਸਕਦੇ ਨੇ, ਅਤੇ ਆਇਓਡੀਨ ਸੋਲਟ ਆਪਾਂ ਆਪਣੇ ਕਿਚਨਸ ਵਿੱਚ ਯੂਜ਼ ਕਰ ਸਕਦੇ ਹਾਂ। ਦੈਨ ਯੂ ਹੈਵ ਕੈਲਸ਼ੀਅਮ ਡੈਫੀਸ਼ੀਐਂਸੀ। ਅਗੇਨ ਆਈ ਥਿੰਕ ਕਾਫੀ ਬੱਚਿਆਂ ਨੂੰ ਇਹ ਕਲੀਅਰ ਹੋਏਗਾ ਕਿ ਕੈਲਸ਼ੀਅਮ ਸਾਨੂੰ ਆਪਣੀ ਬੋਨਸ ਅਤੇ ਟੀਥਸ ਲਈ ਚਾਹੀਦਾ। ਸੋ ਜੇ ਕਈ ਵਾਰ ਆਪਾਂ ਨੂੰ ਮਤਲਬ ਕਨਵਲਸ਼ਨਸ, ਦੌਰੇ ਵਗੈਰਾ ਜਾਂ
ਇਰੀਟੇਬਿਲਿਟੀ ਹੋ ਸਕਦੀ ਹੈ, ਨਾਖੂਨ ਬ੍ਰਿਟਲ ਹੋ ਸਕਦੇ, ਟੁੱਟੀ ਜਾਣ, ਬੋਨਸ ਫ੍ਰੈਕਚਰ ਹੋਣ, ਉਹ ਪ੍ਰੋਬਲਮਸ ਹੈ। ਇਹਦੀ ਪ੍ਰੀਵੈਂਸ਼ਨ ਲਈ ਤੁਸੀਂ ਕੈਲਸ਼ੀਅਮ ਰਿਚ ਖਾਣਾ ਖਾਓ, ਵਿਟਾਮਿਨ ਡੀ ਵੀ ਖਾਓ, ਬਿਕੋਜ਼ ਵਿਟਾਮਿਨ ਡੀ ਹੈਲਪਸ ਇਨ ਕੈਲਸ਼ੀਅਮ ਅਬਜ਼ੌਰਪਸ਼ਨ। तो जो विटामिन डी की डेफिशिएंसी हो तो कैल्शियम भी साडा भी घट जाता है, राइट। दिस कैन बी डन। दिस इज़ द न्यूट्रिशनल पॉलिसी ऑफ प्रोग्राम ऑफ इंडिया जो यूज़ किया गया। कि मिनिस्ट्रीज़ हैं जो इन्हू लुक आफ्टर कर रही ने। मिड डे मील ये अंडर ही शुरू किया है। आप फॉलिक एसिड विटामिन ए दियाँ टेबलेट्स दित्तियां जा रही ने। सो दीज आर फ्यू थिंग्स। बालवाड़ी न्यूट्रिशन प्रोग्राम शुरू किया छोटे बच्चों की न्यूट्रिशन को ध्यान रखने लिए, सो दैट आप छोटे तो छोटे लैवल बच्चों का खान पीन उसका ध्यान रख सकिए, राइट। सो दिस इज आर दी स्पैशल हैल्थ प्रॉब्लम्स जो तुसी करनियां ने बेसिकली रिलेटेड टू न्यूट्रिशन। थैंक यू।